ਪਿਆਰੇ ਵਿਦਿਆਰਥੀਓ, ਅੱਜ ਅਸੀਂ ਸੂਲੀ ਉੱਤੇ ਲਟਕੇ ਪਲ ਕਹਾਣੀ ਦਾ ਅਗਲਾ ਹਿੱਸਾ ਕਰਾਂਗੇ। ਇਸ ਤੋਂ ਪਹਿਲੀ ਕਲਾਸ ਦੇ ਵਿੱਚ ਅਸੀਂ ਕੀਤਾ ਸੀ ਕਿ ਜੋ ਕਰੁਣਾ ਹੈ ਉਹ ਆਪਣੀ ਬੇਟੀ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ। ਉਸਦੀ ਬੇਟੀ ਦਾ ਨਾਮ ਲੀਨੂ ਹੈ ਅਤੇ ਉਸਦੇ ਪਤੀ ਆਨੰਦ ਨੇ ਉਸਦੇ ਉੱਤੇ ਮੁਕੱਦਮਾ ਕਰ ਦਿੱਤਾ ਹੈ ਅਤੇ ਉਹ ਆਪਣੀ ਬੇਟੀ ਨੂੰ ਵਾਪਸ ਆਪਣੇ ਕੋਲ ਲੈ ਕੇ ਜਾਣਾ ਚਾਹੁੰਦਾ ਹੈ। ਅਤੇ ਹੁਣ ਸੋਮਵਾਰ ਨੂੰ ਕੋਰਟ ਨੇ ਉਸਦਾ ਫੈਸਲਾ ਦੇਣਾ ਸੀ ਕਿ ਜੋ ਬੱਚੀ ਹੈ ਕਿਸ ਦੇ ਕੋਲ ਰਹੇਗੀ। ਇਸ ਗੱਲ ਨੂੰ ਲੈ ਕੇ ਕਰੁਣਾ ਪਰੇਸ਼ਾਨ ਰਹਿੰਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਸਦੀ ਬੇਟੀ ਉਸ ਤੋਂ ਅਲੱਗ ਹੋਵੇ, ਪਰ ਕੋਰਟ ਦਾ ਫੈਸਲਾ ਤਾਂ ਉਸਨੂੰ ਮੰਨਣਾ ਹੀ ਪੈਣਾ ਸੀ ਜੋ ਵੀ ਹੋਵੇ। ਅਤੇ ਇਸ ਲਈ ਜੋ ਐਤਵਾਰ ਦਾ ਦਿਨ ਹੈ ਉਹ ਆਪਣੀ ਬੇਟੀ ਦੇ ਨਾਲ ਪੂਰੀ ਤਰ੍ਹਾਂ ਉਹ ਗੁਜ਼ਾਰਨਾ ਚਾਹੁੰਦੀ ਹੈ ਅਤੇ ਉਹ ਐਤਵਾਰ ਦਾ ਦਿਨ ਹੀ ਉਹਦੇ ਵਾਸਤੇ ਸੂਲੀ ਉੱਤੇ ਲਟਕੇ ਹੋਏ ਪਲ ਦੇ ਵਾਂਗ ਬੀਤਦਾ ਹੈ। ਉਹ ਉਸ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦਾ ਧਿਆਨ ਰੱਖਦੀ ਹੈ, ਉਸ ਨੂੰ ਫਿਲਮ ਦਿਖਾਉਣ ਲੈ ਕੇ ਜਾਂਦੀ ਹੈ, ਫਿਰ ਉਸਨੂੰ ਉਸਦੀਆਂ ਮਨਪਸੰਦ ਚੂੜੀਆਂ ਲੈ ਕੇ ਦਿੰਦੀ ਹੈ ਅਤੇ ਇਸ ਤਰ੍ਹਾਂ ਜੋ ਵੀ ਉਸਨੂੰ ਚਾਹੀਦਾ ਹੈ ਉਹ ਉਸਨੂੰ ਲੈ ਕੇ ਦਿੰਦੀ ਹੈ ਅਤੇ ਸਾਰਾ ਦਿਨ ਉਸ ਦੇ ਨਾਲ ਉਹ ਬਤੀਤ ਕਰਦੀ ਹੈ ਅਤੇ ਅੰਤ ਨੂੰ ਉਹ ਥੱਕ ਹਾਰ ਕੇ ਫਿਰ ਘਰੇ ਵਾਪਸ ਆ ਜਾਂਦੀਆਂ ਹਨ। ਔਰ ਰਾਹ ਦੇ ਵਿੱਚ ਉਹ ਆਪਣੀ ਸਹੇਲੀ ਰਜਨੀ ਨੂੰ ਵੀ ਮਿਲਣ ਜਾਂਦੀ ਹੈ ਅਤੇ ਇਸ ਤਰ੍ਹਾਂ ਉਹਨੂੰ ਪਤਾ ਚੱਲਦਾ ਹੈ ਕਰੁਣਾ ਨੂੰ ਕਿ ਲੀਨੂ ਨੂੰ ਵੀ ਸ਼ਾਇਦ ਲੱਗਦਾ ਹੈ ਕਿ ਉਸਦਾ ਕਿਤੇ ਆ ਘਰ ਦੇ ਵਿੱਚ ਆਖਰੀ ਦਿਨ ਹੀ ਨਾ ਹੋਵੇ। ਅਤੇ ਹੁਣ ਆਪਾਂ ਇਸ ਤੋਂ ਅੱਗੇ ਦਾ ਜੋ ਹੈ ਪਾਠ ਸ਼ੁਰੂ ਕਰਦੇ ਹਾਂ। ਫੁਲਕੇ ਬਣਾਉਂਦਿਆਂ ਕਹਿੰਦਾ ਪਤਾ ਨਹੀਂ ਕੀ ਮਰੋੜਿਆ ਜਾ ਰਿਹਾ ਸੀ। ਜਦੋਂ ਉਹ ਛੋਟੀ ਜਿਹੀ ਸੀ ਤਾਂ ਉਹਦੇ ਪਿਤਾ ਜੀ ਕਿੱਕਰ ਦੀ ਤਾਜ਼ੀ ਦਾਤਣ 2 ਟੁਕੜੇ ਕਰਨ ਲੱਗਿਆਂ ਉਹਨੂੰ ਮਰੋੜ ਕੇ ਤੋੜਦੇ ਹੁੰਦੇ ਸੀ। ਕਹਿੰਦੇ ਜਦੋਂ ਹੁਣ ਉਹ ਰੋਟੀ ਬਣਾ ਰਹੀ ਸੀ, ਫੁਲਕੇ ਬਣਾ ਰਹੀ ਸੀ ਲੀਨੂ ਵਾਸਤੇ, ਤਾਂ ਉਸਦੇ ਅੰਦਰ ਕੁਛ ਅਜੀਬ ਜਿਹਾ ਚੱਲ ਰਿਹਾ ਸੀ, ਕੁਛ ਟੁੱਟ ਰਿਹਾ ਸੀ। ਉਸਨੂੰ ਨਹੀਂ ਪਤਾ ਚੱਲ ਰਿਹਾ ਸੀ ਕਿ ਕੀ ਹੋ ਰਿਹਾ। ਉਸਨੂੰ ਯਾਦ ਹੁੰਦਾ ਹੈ ਕਿਸ ਤਰ੍ਹਾਂ ਉਸਦੇ ਜੋ ਪਿਤਾ ਜੀ ਸਨ ਛੋਟੇ ਹੁੰਦਿਆਂ ਦਾਤਣ ਨੂੰ ਤੋੜਨ ਵਾਸਤੇ ਉਸਨੂੰ ਜ਼ੋਰ ਦੀ ਮਰੋੜਦੇ ਹੁੰਦੇ ਸਨ ਤਾਂ ਕਿ ਉਹ ਟੁੱਟ ਜਾਏ ਅਤੇ ਉਸਨੂੰ ਅਜਿਹਾ ਹੀ ਪ੍ਰਤੀਤ ਹੋ ਰਿਹਾ ਸੀ। ਉਸਨੂੰ ਲੱਗ ਰਿਹਾ ਸੀ ਕਿ ਉਸਨੂੰ ਵੀ ਕੋਈ ਇਸੇ ਤਰ੍ਹਾਂ ਹੀ ਮਰੋੜ ਰਿਹਾ ਹੈ ਉਸਦੇ 2 ਟੋਟੇ ਕਰਨ ਲਈ। ਰੋਟੀ ਖਾਣ ਮਗਰੋਂ ਲੀਨੂ ਚੁੱਪਚਾਪ ਆਪਣੀ ਰਜਾਈ ਵਿੱਚ ਵੜ ਗਈ। ਚੁੱਪ ਇੱਕ ਭਾਰੀ ਸਿਲ ਸੀ। ਸਿਲ ਮਤਲਬ ਪੱਥਰ। ਮਤਲਬ ਹੁਣ ਜੋ ਹੈ ਚਾਰੇ ਪਾਸੇ ਉਹਨਾਂ ਦੇ ਘਰ ਵਿੱਚ ਸਨਾਟਾ ਛਾਇਆ ਹੋਇਆ ਸੀ। ਦੋਨੋਂ ਜਾਣੀਆਂ ਚੁੱਪਚਾਪ ਸਨ, ਕੋਈ ਵੀ ਗੱਲ ਨਹੀਂ ਕਰ ਰਹੀਆਂ ਸਨ। ਚੁੱਪ ਇੱਕ ਭਾਰੀ ਸਿਲ ਸੀ। ਇੱਕ ਵੱਡੀ ਸਾਰੀ ਚਟਾਨ ਸੀ ਜਿਸ ਦਾ ਭਾਰ ਜਿਵੇਂ ਸਾਰੇ ਦਾ ਸਾਰਾ ਕਰੁਣਾ ਦੀ ਛਾਤੀ 'ਤੇ ਪਿਆ ਹੋਇਆ ਸੀ। ਲੀਨੂ ਬੇਟਾ, ਤੂੰ ਹੱਥਾਂ ਉੱਤੇ ਕਰੀਮ ਲਾ ਲਈ ਹੈ? ਕਰੁਣਾ ਨੇ ਜਿਵੇਂ ਉਹ ਚਟਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਓਹੋ ਅੰਮੀ, ਉਹ ਤਾਂ ਮੈਂ ਭੁੱਲ ਹੀ ਗਈ। ਲੀਨੂ ਨੇ ਇੱਕਦਮ ਰਜਾਈ ਵਿੱਚ ਉੱਠਦਿਆਂ ਕਿਹਾ, ਜਿਵੇਂ ਸਭ ਤੋਂ ਜ਼ਰੂਰੀ ਕੰਮ ਇਹੋ ਸੀ ਜਿਹੜਾ ਉਹ ਭੁੱਲ ਗਈ ਸੀ। ਠਹਿਰ ਜਾ, ਮੈਂ ਦੇਨੀ ਹਾਂ। ਕਰੁਣਾ ਨੇ ਅਲਮਾਰੀ ਵਿੱਚੋਂ ਕਰੀਮ ਕੱਢ ਕੇ ਲੀਨੂ ਨੂੰ ਫੜਾਈ। ਉਹ ਜਿਵੇਂ ਇਸ ਯਾਦ ਆਏ ਕੰਮ ਦੀ ਸ਼ੁਕਰਗੁਜ਼ਾਰ ਸੀ ਜਿਸ ਨੇ ਪਲਾਂ ਦੇ ਤਣਾਅ ਨੂੰ ਰਤਾ ਘਟਾਇਆ ਸੀ। ਮਤਲਬ ਕਿ ਹੁਣ ਉਹਨਾਂ ਵਿੱਚ ਦੋਨੋਂ ਜਿਹੜੀਆਂ ਸਨ ਚੁੱਪਚਾਪ ਬੈਠੀਆਂ ਹੋਈਆਂ ਸਨ, ਬਹੁਤ ਉਦਾਸ ਸਨ ਅਤੇ ਉਸ ਉਦਾਸੀ ਨੂੰ ਖ਼ਤਮ ਕਰਨ ਵਾਸਤੇ ਕਰੁਣਾ ਨੇ ਲੀਨੂ ਤੋਂ ਪੁੱਛਿਆ ਕਿ ਉਸਨੇ ਹੱਥਾਂ ਨੂੰ ਕਰੀਮ ਲਗਾਈ ਹੈ ਜਾਂ ਨਹੀਂ। ਇਸ ਤਰ੍ਹਾਂ ਜੋ ਹੈ ਕਰੁਣਾ ਉਸਨੂੰ ਕਰੀਮ ਕੱਢ ਕੇ ਅਲਮਾਰੀ ਵਿੱਚੋਂ ਦਿੰਦੀ ਹੈ ਅਤੇ ਉਹ ਲੀਨੂ ਆਪਣੇ ਹੱਥਾਂ ਨੂੰ ਕਰੀਮ ਲਗਾ ਲੈਂਦੀ ਹੈ। ਇਹਨੇ ਕਰੀਮ ਲਾ ਕੇ ਲੀਨੂ ਲੇਟ ਗਈ ਅਤੇ ਉਹਨੇ ਅੱਖਾਂ ਮੀਟ ਲਈਆਂ। ਕਰੁਣਾ ਨੇ ਬੱਤੀ ਬੁਝਾ ਦਿੱਤੀ ਅਤੇ ਲੇਟ ਗਈ। ਪਤਾ ਨਹੀਂ ਕਿੰਨਾ ਚਿਰ ਗੁਜ਼ਰ ਗਿਆ। ਨਾਲ ਦੇ ਕਮਰੇ ਵਿੱਚ ਟੈਲੀਫੋਨ ਦੀ ਘੰਟੀ ਵੱਜੀ। ਹੈਲੋ, ਕਰੁਣਾ ਨੇ ਰਿਸੀਵਰ ਚੁੱਕਿਆ। ਹੈਲੋ ਕਰੁਣਾ, ਕੀ ਕਰ ਰਹੀ ਸੈਂ? ਓਹ ਤੋਸ਼ੀ, ਕੁਝ ਨਹੀਂ, ਬਸ ਐਵੇਂ ਲੇਟੀ ਸਾਂ। ਮੈਂ ਸ਼ਾਮੀ ਵੀ ਤੈਨੂੰ ਰਿੰਗ ਕੀਤਾ ਸੀ, ਤੂੰ ਘਰ ਨਹੀਂ ਸਾਂ। ਹਾਂ, ਮੈਂ ਤੇ ਲੀਨੂ ਜਰਾ ਗਈਆਂ ਸਾਂ ਬਾਹਰ। ਲੀਨੂ ਕਿੱਥੇ ਵੇ? ਸੌਂ ਗਈ ਏ। ਅੱਛਾ, ਬਸ ਮੈਂ ਐਵੇਂ ਸੋਚਿਆ ਪੁੱਛਾਂ ਕਿ ਕੀ ਪਈ ਕਰਨੀ ਹੈ। ਮਤਲਬ ਹੁਣ ਇਹ ਜੋ ਹੈ ਤੋਸ਼ੀ ਅਤੇ ਕਰੁਣਾ ਦੀ ਆਪਸ ਵਿੱਚ ਗੱਲਬਾਤ ਹੋ ਰਹੀ ਹੈ। ਤੋਸ਼ੀ ਕੌਣ ਹੈ? ਤੋਸ਼ੀ ਕਰੁਣਾ ਦੀ ਇੱਕ ਬਹੁਤ ਹੀ ਪੱਕੀ ਸਹੇਲੀ ਹੈ, ਗੂੜੀ ਸਹੇਲੀ ਹੈ।
ਉਸਦੀ ਇੱਕ ਰਾਜਦਾਰ ਹੈ। ਮਤਲਬ ਜੋ ਵੀ ਗੱਲ ਹੈ ਕਰੁਣਾ ਤੋਸ਼ੀ ਦੇ ਨਾਲ ਹੀ ਸ਼ੇਅਰ ਕਰਦੀ ਹੈ। ਤੇ ਹੁਣ ਤੋਸ਼ੀ ਜੋ ਹੈ ਚਾਹੁੰਦੀ ਹੈ ਕਿ ਉਹ ਆ ਕੇ ਕਰੁਣਾ ਨੂੰ ਮਿਲੇ, ਕਿਉਂਕਿ ਕਰੁਣਾ ਕਾਫੀ ਪਰੇਸ਼ਾਨ ਹੁੰਦੀ ਹੈ। ਉਹ ਤੋਸ਼ੀ ਕਰੁਣਾ ਦਾ ਜੀ ਕੀਤਾ ਤੋਸ਼ੀ ਉਹਦੇ ਨਾਲ ਇਹ ਐਕਟਿੰਗ ਨਾ ਕਰੇ। ਤੋਸ਼ੀ ਉਹਦੀ ਬੜੀ ਸਨੇਹ ਵਾਲੀ ਬੜੀ ਡੂੰਘੀ ਦੋਸਤ ਸੀ। ਕਰੁਣਾ, ਮੈਂ ਥੋੜ੍ਹੇ ਚਿਰ ਲਈ ਆ ਜਾਵਾਂ? ਤੋਸ਼ੀ ਜਿਵੇਂ ਤਰਲਾ ਕਰ ਰਹੀ ਸੀ। ਆ ਜਾ, ਕਰੁਣਾ ਨੇ ਰਤਾ ਰੁਕ ਕੇ ਕਿਹਾ। ਹਰ ਤਕਲੀਫ ਵੇਲੇ ਉਹਨੂੰ ਬਿਲਕੁਲ ਇਕੱਲਿਆਂ ਰਹਿਣਾ ਪਸੰਦ ਸੀ, ਪਰ ਤੋਸ਼ੀ ਦੀ ਗੱਲ ਹੋਰ ਸੀ। ਮਤਲਬ ਕਿ ਜੋ ਕਰੁਣਾ ਹੈ ਉਸਦੀ ਇਹ ਆਦਤ ਸੀ ਕਿ ਉਹ ਆਪਣਾ ਦੁੱਖ ਕਿਸੇ ਦੇ ਨਾਲ ਵੀ ਵੰਡਦੀ ਨਹੀਂ ਸੀ। ਉਹ ਚਾਹੁੰਦੀ ਸੀ ਕਿ ਜੋ ਵੀ ਕੋਈ ਦੁੱਖ ਤਕਲੀਫ ਉਸਨੂੰ ਹੋਵੇ ਉਹ ਇਕੱਲੇ ਹੀ ਉਸਦਾ ਸਾਹਮਣਾ ਕਰੇ, ਔਰ ਕਿਸੇ ਨੂੰ ਉਹ ਨਹੀਂ ਦੱਸਣਾ ਚਾਹੁੰਦੀ ਸੀ। ਪਰ ਕਹਿੰਦੇ ਤੋਸ਼ੀ ਦੀ ਗੱਲ ਹੋਰ ਸੀ, ਕਿਉਂਕਿ ਤੋਸ਼ੀ ਉਸਦੀ ਬਹੁਤ ਹੀ ਅੱਛੀ ਸਹੇਲੀ ਸੀ, ਪਿਆਰ ਵਾਲੀ ਸਹੇਲੀ ਸੀ। ਇਸ ਕਰਕੇ ਉਹ ਫਿਰ ਵੀ ਉਹਦੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰ ਲੈਂਦੀ ਸੀ। ਕੁਝ ਚਿਰ ਮਗਰੋਂ ਤੋਸ਼ੀ ਆ ਗਈ। ਕਿਹਦੇ ਨਾਲ ਆਈ ਹੈ? ਕਰੁਣਾ ਨੇ ਪੁੱਛਿਆ। ਡਰਾਈਵਰ ਆਇਆ ਏ, ਗੱਡੀ ਏ ਥੱਲੇ। ਦੋਵੇਂ ਚੁੱਪਚਾਪ ਬੈਠੀਆਂ ਰਹੀਆਂ। ਕਾਫੀ ਦਾ ਕੱਪ ਪੀਏਂਗੀ? ਕਰੁਣਾ ਨੇ ਪੁੱਛਿਆ। ਕੋਈ ਲੋੜ ਨਹੀਂ ਇਸ ਵੇਲੇ, ਤੋਸ਼ੀ ਦੇ ਸੰਗ ਵਿੱਚ ਕੁਝ ਅਟਕ ਰਿਹਾ ਸੀ। ਵੀ ਇੱਕ ਗਰਮ ਕੱਪ ਉੱਤੇ ਮੇਰਾ ਦਿਲ ਕਰ ਰਿਹਾ ਹੈ, ਕਰੁਣਾ ਨੇ ਸਿਰਫ ਕੁਝ ਕਰਨ ਲਈ ਕਿਹਾ। ਚੰਗਾ ਠੀਕ ਹੈ। ਕਰੁਣਾ ਨੇ ਬਿਜਲੀ ਦੀ ਕੇਤਲੀ ਲਈ ਤੇ ਉਸੇ ਕਮਰੇ ਵਿੱਚ ਹੀ ਉਹਦਾ ਪਲੱਗ ਲਾ ਦਿੱਤਾ ਤੇ ਆ ਕੇ ਦੀਵਾਨ ਤੇ ਬਹਿ ਗਈ। ਤੋਸ਼ੀ ਨੇ ਇੱਕ ਪਲ ਕਰੁਣਾ ਵੱਲ ਤੱਕਿਆ, ਫਿਰ ਉਹ ਦੂਜੇ ਪਾਸੇ ਤੱਕਣ ਲੱਗ ਪਈ। ਇਹੋ ਜਿਹੇ ਵੇਲੇ ਕੋਈ ਕਿਸੇ ਨੂੰ ਕੀ ਆਖੇ। ਉਹਨੇ ਇੱਕ ਡੂੰਘਾ ਸਾਹ ਭਰਿਆ ਤੇ ਫਿਰ ਉਹਨੂੰ ਹੌਲੀ ਹੌਲੀ ਬਾਹਰ ਕੱਢਣ ਲੱਗੀ, ਤਾਂ ਜੋ ਕਰੁਣਾ ਉਸਦੇ ਸਾਹ ਦੀ ਆਵਾਜ਼ ਨਾ ਸੁਣ ਲਵੇ। ਮਤਲਬ ਕਿ ਤੋਸ਼ੀ ਹੁਣ ਕਰੁਣਾ ਨੂੰ ਦੇਖਦੀ ਹੈ ਤੇ ਉਸਦੇ ਮਨ ਦੇ ਵਿੱਚ ਬੜਾ ਦੁੱਖ ਆਉਂਦਾ ਹੈ ਕਿ ਇਸ ਸਮੇਂ ਜੋ ਹੈ ਕਰੁਣਾ ਦੀ ਕੀ ਹਾਲਤ ਹੋਵੇਗੀ। ਉਹ ਇਸ ਕਰਕੇ ਲੰਬੇ ਸਾਹ ਭਰਦੀ ਹੈ, ਪਰ ਉਹ ਇਹ ਨਹੀਂ ਚਾਹੁੰਦੀ ਕਿ ਕਰੁਣਾ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਹ ਕਰੁਣਾ ਲਈ ਪਰੇਸ਼ਾਨ ਹੋ ਰਹੀ ਹੈ। ਉਸ ਔਖੀ ਤੇ ਭਾਰੀ ਚੁੱਪ ਵਿੱਚ ਦੋਹਾਂ ਨੂੰ ਕੇਤਲੀ ਵਿੱਚ ਕੁਣਮੁਣਾਉਂਦੇ ਪਾਣੀ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਸੀ। ਕੁਣਮੁਣਾਉਂਦੇ ਮਤਲਬ ਕਿ ਪਾਣੀ ਜੋ ਹੈ ਗਰਮ ਹੋ ਰਿਹਾ ਸੀ, ਔਰ ਗਰਮ ਪਾਣੀ ਦੇ ਉਬਲਣ ਦੀ ਜਿਹੜੀ ਆਵਾਜ਼ ਆ ਉਹਨਾਂ ਨੂੰ ਸੁਣਾਈ ਦੇ ਰਹੀ ਸੀ। ਮਤਲਬ ਚਾਰੇ ਪਾਸੇ ਇੰਨਾ ਜ਼ਿਆਦਾ ਸਨਾਟਾ ਸੀ ਕਿ ਪਾਣੀ ਦੀ ਜਿਹੜੀ ਆਵਾਜ਼ ਵੀ ਸੁਣਾਈ ਦੇ ਰਹੀ ਸੀ। ਕਰੁਣਾ ਨੂੰ ਪਤਾ ਸੀ ਹਾਲੀ ਪਾਣੀ ਉਬਲਿਆ ਨਹੀਂ। ਫਿਰ ਵੀ ਉਹਨੇ ਉੱਠ ਕੇ ਕੇਤਲੀ ਦੇ ਢੱਕਣ ਲਾ ਕੇ ਉਹਦੇ ਅੰਦਰ ਝਾਕਿਆ। ਕੇਤਲੀ ਦੇ ਪਾਸਿਆਂ ਨਾਲ ਪਾਣੀ ਦੀਆਂ ਨਿੱਕੀਆਂ ਗੋਲੀਆਂ ਮੋਤੀਆਂ ਦੇ ਦਾਣਿਆਂ ਵਾਂਗੂ ਪਰੋਤੀਆਂ ਜਾ ਰਹੀਆਂ ਸਨ। ਕਰੁਣਾ ਨੇ ਢੱਕਣ ਫਿਰ ਰੱਖ ਦਿੱਤਾ। ਠੰਡ ਵਿੱਚ ਗਰਮ ਕੌਫੀ ਦਾ ਪਿਆਲਾ ਵੀ ਕਿੰਨੀ ਖੁਸ਼ੀ ਦਿੰਦਾ ਹੈ, ਕਰੁਣਾ ਨੇ ਕਿਹਾ। ਮੇਰਾ ਵੀ ਜੀ ਕਰ ਰਿਹਾ ਹੈ ਹੁਣ ਤੇ, ਤੋਸ਼ੀ ਨੇ ਕਿਹਾ। ਭਾਵੇਂ ਕੌਫੀ ਦੀ ਉਹਨੂੰ ਉੱਕੀ ਲੋੜ ਨਹੀਂ ਸੀ। ਕਰੁਣਾ ਰਸੋਈ ਵਿੱਚੋਂ ਕੱਪ ਲੈਣ ਗਈ ਤੇ ਤੋਸ਼ੀ ਵੀ ਉਹਦੇ ਮਗਰ ਆ ਗਈ। ਕੌਫੀ ਤਿਆਰ ਹੋ ਗਈ। ਚੁੱਪਚਾਪ ਆਪਣਾ ਕੱਪ ਫੜ ਕੇ ਦੋਵੇਂ ਪੀਣ ਲੱਗ ਪਈਆਂ। ਕਰੁਣਾ, ਕੋਈ ਗੱਲ ਕਰ। ਤੋਸ਼ੀ ਜਿਵੇਂ ਉਹ ਚੁੱਪ ਤੋਂ ਘਬਰਾ ਉੱਠੀ ਸੀ। ਅਚਾਨਕ ਕਰੁਣਾ ਦੀਆਂ ਅੱਖਾਂ ਭਰ ਆਈਆਂ। ਉਸ ਪਲ ਵਿੱਚ ਪਤਾ ਨਹੀਂ ਕਿੰਜ ਉਹਦਾ ਕਠੋਰ ਜ਼ਬਤ ਖੁਰ ਗਿਆ ਸੀ। ਮਤਲਬ ਕਿ ਜੋ ਕਰੁਣਾ ਸੀ ਉਹ ਕਾਫੀ ਮਜ਼ਬੂਤ ਇਰਾਦੇ ਵਾਲੀ ਸੀ, ਔਰ ਆਪਣੇ ਆਪ ਨੂੰ ਜ਼ਿਆਦਾ ਲੋਕਾਂ ਦੇ ਸਾਹਮਣੇ ਡੋਲਣ ਨਹੀਂ ਦਿੰਦੀ ਸੀ। ਤੇ ਹੁਣ ਜਦੋਂ ਤੋਸ਼ੀ ਨੇ ਇਸ ਤਰ੍ਹਾਂ ਕਿਹਾ ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੀ, ਆਪਣੇ ਜਜ਼ਬਾਤਾਂ 'ਤੇ ਕਾਬੂ ਨਹੀਂ ਪਾ ਸਕੀ ਤੇ ਉਹਦੇ ਅੱਖਾਂ ਵਿੱਚੋਂ ਪਾਣੀ ਭਰ ਆਇਆ। ਕਰੁਣਾ ਦੇ ਹੱਥ ਲਰਜ਼ ਰਹੇ ਸਨ ਮਤਲਬ ਕੰਬ ਰਹੇ ਸਨ। ਪਿਆਲਾ ਉਹਨੇ ਮੇਜ਼ ਉੱਤੇ ਰੱਖ ਦਿੱਤਾ। ਤੋਸ਼ੀ ਨੇ ਹੱਥ ਵਧਾ ਕੇ ਕਰੁਣਾ ਦੀਆਂ ਉਂਗਲਾਂ ਨੂੰ ਛੋਹਿਆ ਤੇ ਪੋਲੀ ਜਿਹੀ ਉਹਨੂੰ ਥਾਪੜ ਦਿੱਤਾ। ਤੋਸ਼ੀ ਉੱਠ ਕੇ ਬਾਹਰ ਗਈ। ਕਾਰ ਸਟਾਰਟ ਹੋਣ ਦੀ ਆਵਾਜ਼ ਆਈ। ਵਾਪਸ ਆ ਕੇ ਤੋਸ਼ੀ ਨੇ ਕਿਹਾ, ਮੈਂ ਡਰਾਈਵਰ ਹੱਥ ਸੁਨੇਹਾ ਭੇਜ ਦਿੱਤਾ ਹੈ ਕਿ ਰਾਤੀ ਮੈਂ ਇੱਥੇ ਹੀ ਰਹਾਂਗੀ। ਕਰੁਣਾ ਨੂੰ ਇਸ ਗੱਲ ਨਾਲ ਨਾ ਤਸੱਲੀ ਹੋਈ ਨਾ ਉਲਝਣ ਹੋਈ। ਬਸ ਚੁੱਪਚਾਪ ਉਹ ਬੈਠੀ ਰਹੀ, ਝੋਲੀ ਵਿੱਚ ਪਏ ਆਪਣੇ ਦੋਹਾਂ ਹੱਥਾਂ ਨੂੰ ਖਾਮੋਸ਼ ਤੱਕਦੀ ਰਹੀ। ਇਹਨਾਂ ਹੁਣ ਤੋਸ਼ੀ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਕਰੁਣਾ ਇੰਨੀ ਜ਼ਿਆਦਾ ਦੁਖੀ ਹੈ ਔਰ ਉਸ ਨੂੰ ਛੱਡ ਕੇ ਵਾਪਸ ਆਪਣੇ ਘਰੇ ਚਲੇ ਜਾਵੇ।
ਤੇ ਇਸ ਕਰਕੇ ਉਸਨੇ ਆਪਣੇ ਡਰਾਈਵਰ ਨੂੰ ਵਾਪਸ ਘਰ ਜਾਣ ਲਈ ਕਿਹਾ ਤੇ ਉਹ ਫਿਰ ਵਾਪਸ ਕਰੁਣਾ ਦੇ ਕੋਲ ਹੀ ਆ ਜਾਂਦੀ ਹੈ। ਤੋਸ਼ੀ ਨੂੰ ਇੱਥੇ ਰਾਤ ਰਹਿੰਦਾ ਦੇਖ ਕੇ ਉਸਨੂੰ ਨਾ ਤੇ ਕੋਈ ਖੁਸ਼ੀ ਹੁੰਦੀ ਹੈ ਔਰ ਨਾ ਹੀ ਗਮ। ਉਹ ਜਿਸ ਤਰ੍ਹਾਂ ਬੈਠੀ ਸੀ ਚੁੱਪਚਾਪ ਉਸੇ ਤਰ੍ਹਾਂ ਹੀ ਬੈਠੀ ਰਹਿੰਦੀ ਹੈ। ਤੋਸ਼ੀ ਨੇ ਉਹਦਾ ਕੱਪ ਚੁੱਕ ਕੇ ਉਹਨੂੰ ਫੜਾ ਦਿੱਤਾ ਤੇ ਆਪਣਾ ਕੱਪ ਚੁੱਕ ਕੇ ਉਹ ਕਾਫੀ ਦੇ ਨਿੱਕੇ ਨਿੱਕੇ ਘੁੱਟ ਭਰਨ ਲੱਗੀ। ਮੈਂ ਇਸੇ ਘੜੀ ਤੋਂ ਇਹਨਾਂ ਪਲਾਂ ਤੋਂ ਇੰਨੇ ਵਰੇ ਤਰਿੰਦੀ ਰਹੀ ਹਾਂ ਮਤਲਬ ਡਰਦੀ ਰਹੀ ਹਾਂ। ਇਸੇ ਘੜੀ ਤੋਂ ਡਰਦਿਆਂ ਮੈਂ 13 ਵਰੇ ਉਸੇ ਘਰ ਵਿੱਚ ਕੱਟੇ ਜਿੱਥੇ ਮੈਂ ਹਰ ਰੋਜ਼ ਮਰਦੀ ਰਹੀ। ਕਰੁਣਾ ਜਿਵੇਂ ਬਹੁਤੀ ਆਪਣੇ ਆਪ ਨਾਲ ਤੇ ਥੋੜ੍ਹੀ ਤੋਸ਼ੀ ਨਾਲ ਗੱਲਾਂ ਕਰ ਰਹੀ ਸੀ। ਤੋਸ਼ੀ ਚੁੱਪ ਸੀ। ਮਤਲਬ ਹੁਣ ਦੱਸ ਰਹੀ ਹੈ ਕਿ ਮੈਂ ਇਹ ਘੜੀ ਨਹੀਂ ਚਾਹੁੰਦੀ ਸੀ ਕਿ ਉਹਦੇ ਉੱਤੇ ਇਹੋ ਜਿਹਾ ਸਮਾਂ ਆਵੇ ਕਿ ਉਸਦੀ ਬੇਟੀ ਨੂੰ ਉਸ ਤੋਂ ਵੱਖ ਕਰ ਦਿੱਤਾ ਜਾਵੇ। ਅਤੇ ਇਸੇ ਕਰਕੇ ਕਹਿੰਦੇ ਉਸ ਘਰ ਦੇ ਵਿੱਚ ਆਪਣੇ ਪਤੀ ਦੇ ਨਾਲ ਜਦੋਂ ਰਹਿੰਦੀ ਸੀ ਤਾਂ ਉਹ ਆਪਣੇ ਪਤੀ ਦੇ ਜੋ ਜ਼ੁਲਮ ਆ ਉਹ ਸਹਿੰਦੀ ਰਹੀ ਤਾਂ ਕਿ ਉਸਨੂੰ ਆਪਣੀ ਬੇਟੀ ਤੋਂ ਅਲੱਗ ਨਾ ਹੋਣਾ ਪਵੇ। ਅਤੇ ਪਰ ਸਮਾਂ ਜੋ ਹੈ ਕਿਸੇ ਦੀ ਪੇਸ਼ ਨਹੀਂ ਜਾਣ ਦਿੰਦਾ। ਜਦੋਂ ਵੀ ਕਦੇ ਉਸ ਘਰ ਦੀਆਂ ਦਲੀਜਾਂ ਤੋਂ ਬਾਹਰ ਜਾਣ ਦਾ ਖਿਆਲ ਆਇਆ ਲੀਨੂ ਦਾ ਮੂੰਹ ਮੇਰੇ ਅੱਗੇ ਆ ਖਲੋਤਾ। ਇਸੇ ਘੜੀ ਤੋਂ ਡਰਦਿਆਂ ਮੇਰੇ ਹੱਥ ਪੈਰ ਵੱਜ ਜਾਂਦੇ ਰਹੇ। ਵੇਖ ਕਰੁਣਾ, ਇੱਕ ਵਾਰ ਹਿੰਮਤ ਕਰਕੇ ਤੂੰ ਇੱਕ ਕਦਮ ਚੁੱਕਿਆ ਹੈ, ਹੁਣ ਜੀ ਛੋਟਾ ਨਾ ਕਰ। ਨਹੀਂ ਤੋਸ਼ੀ, ਦਿਲ ਤੇ ਮੈਂ ਬਿਲਕੁਲ ਪੱਕਾ ਕੀਤਾ ਹੋਇਆ ਹੈ। ਪਰ ਉਹਦੇ ਅੰਦਰ ਕੁਝ ਤਰੁੰਡਿਆ ਜਾ ਰਿਹਾ ਸੀ ਮਤਲਬ ਕਿ ਉਸ ਨੂੰ ਲੱਗ ਰਿਹਾ ਸੀ ਕਿ ਉਹ ਤੋਂ ਕੁਝ ਦੂਰ ਹੋ ਰਿਹਾ ਹੈ, ਕੁਛ ਉਹਦੇ ਅੰਦਰ ਟੁੱਟ ਰਿਹਾ ਸੀ। ਉੱਠ ਕੇ ਉਹਨੇ ਕੇਤਲੀ ਵਿੱਚ ਹੋਰ ਪਾਣੀ ਪਾ ਦਿੱਤਾ ਤੇ ਫਿਰ ਪਲੱਗ ਲਗਾ ਦਿੱਤਾ। ਉੱਠਣ ਬਹਿਣ ਨਾਲ ਉਹਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਖਿਲਰਦੇ ਜਾਂਦੇ ਖਿਆਲਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ। ਵਕੀਲ ਨੂੰ ਮਿਲੀ ਸੈਂ? ਨਹੀਂ, ਕੱਲ੍ਹ ਮਿਲੀ ਸਾਂ। ਕੁਝ ਆਖਦਾ ਸੀ? ਉਹੀ ਗੱਲ ਕਿ ਬੱਚਾ ਮਾਂ ਜਾਂ ਪਿਓ ਵਿੱਚੋਂ ਕਿਸ ਨੂੰ ਦਿੱਤਾ ਜਾਏ, ਇਸ ਬਾਰੇ ਜੱਜ ਦੀ ਮਰਜ਼ੀ ਹੈ, ਜਿਵੇਂ ਉਹ ਠੀਕ ਸਮਝੇ। ਜਹੰਨਮ ਵਿੱਚ ਜਾਏ ਇਹ ਕਾਨੂੰਨ, ਮਾਂ ਦਾ ਬੱਚੇ ਉੱਤੇ ਹੱਕ ਨਹੀਂ? ਜੰਮੇ ਮਾਂ, ਪਾਲੇ ਮਾਂ, ਜ਼ਫਰ ਜਾਲੇ ਮਾਂ। ਤੋਸ਼ੀ ਝੁੰਝਲਾ ਰਹੀ ਸੀ ਮਤਲਬ ਕਿ ਤੋਸ਼ੀ ਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਉਹ ਇਸ ਗੁੱਸੇ ਦੇ ਵਿੱਚ ਇਸ ਕਾਨੂੰਨ ਨੂੰ ਕੋਸ ਰਹੀ ਸੀ ਕਿ ਜਹੰਨਮ ਵਿੱਚ ਜਾਏ ਇਹ ਕਾਨੂੰਨ, ਕਿ ਇਹ ਕਾਨੂੰਨ ਜੋ ਹੈ ਪਹਾੜ ਵਿੱਚ ਜਾਏ ਕਿ ਜੋ ਹੈ ਜਨਮ ਮਾਂ ਦਿੰਦੀ ਹੈ ਬੱਚੇ ਨੂੰ, ਫਿਰ ਉਸਨੂੰ ਪਾਲਦੀ ਹੈ ਔਰ ਉਸ ਵਾਸਤੇ ਜਫਰ ਜਾਲਦੀ ਹੈ, ਮਤਲਬ ਕਈ ਤਰ੍ਹਾਂ ਦੇ ਦੁੱਖ ਜੋ ਹੈ ਉਹ ਝੱਲਦੀ ਹੈ ਅਤੇ ਫਿਰ ਬਾਅਦ ਦੇ ਵਿੱਚ ਹੱਕ ਜੋ ਹੈ ਪਿਤਾ ਦਾ ਬਣ ਜਾਂਦਾ ਹੈ। ਅਤੇ ਕਰੁਣਾ ਨੂੰ ਸਾਰੇ ਜ਼ਫਰ ਜ਼ਾਲੇ ਹੋਏ ਯਾਦ ਆ ਰਹੇ ਸਨ। ਕਿੰਜ ਲੀਨੂ ਨੂੰ ਉਹਨੇ ਪਾਲਿਆ ਸੀ, ਕਿੰਜ ਮਾਂ ਅਤੇ ਪਿਓ ਦੋਵਾਂ ਦਾ ਪਿਆਰ ਉਹ ਇਕੱਲੀ ਹੀ ਉਸਨੂੰ ਦਿੰਦੀ ਰਹੀ, ਕਿੰਜ ਆਨੰਦ ਦੇ ਦਿਲ ਵਿੱਚ ਆਪਣੀ ਬੱਚੀ ਲਈ ਰਤਾ ਵੀ ਮੋਹ ਨਹੀਂ ਸੀ। ਸ਼ੇਰ ਚੀਤੇ ਵੀ ਆਪਣੇ ਬੱਚਿਆਂ ਨਾਲ ਮੋਹ ਕਰਦੇ ਹਨ ਅਤੇ ਉਹਨਾਂ ਦੀ ਰਾਖੀ ਕਰਦੇ ਹਨ, ਪਰ ਇਹ ਆਨੰਦ ਸੀ ਕਿ ਮਤਲਬ ਕਿ ਜੋ ਇਹ ਆਨੰਦ ਹੈ ਸ਼ੁਰੂ ਤੋਂ ਹੀ ਆਪਣੀ ਬੱਚੀ ਦੇ ਨਾਲ ਪਿਆਰ ਨਹੀਂ ਕਰਦਾ ਸੀ। ਸ਼ੁਰੂ ਤੋਂ ਹੀ ਜਦੋਂ ਇਕੱਠੇ ਵੀ ਰਹਿੰਦੇ ਸਨ ਤਦ ਵੀ ਕਰੁਣਾ ਨੇ ਹੀ ਆਪਣੀ ਬੇਟੀ ਨੂੰ ਪਾਲਿਆ ਸੀ, ਚੰਗਾ ਉਹਨੂੰ ਪਿਆਰ ਦਿੱਤਾ ਸੀ, ਅਤੇ ਅੱਜ ਸਿਰਫ ਉਹ ਕਰੁਣਾ ਨੂੰ ਪਰੇਸ਼ਾਨ ਕਰਨ ਲਈ ਜੋ ਹੈ ਲੀਨੂ ਨੂੰ ਲੈਣਾ ਚਾਹੁੰਦਾ ਸੀ। ਇਸ ਆਨੰਦ ਨੂੰ ਵੀ ਤੰਗ ਕਰਨ ਦਾ ਬਸ ਇਹੋ ਤਰੀਕਾ ਲੱਭਿਆ। 2.5 ਵਰ੍ਹਿਆਂ ਦੇ ਵਿੱਚ ਮਸਾਂ ਤੂੰ ਇਹ ਘਰ ਬਣਾਇਆ ਸੀ, ਲੀਨੂ ਵੀ ਸਿਆਣੀ ਹੋ ਗਈ ਹੈ, ਇੰਨੇ ਸਾਲਾਂ ਮਗਰੋਂ ਰਤਾ ਤੈਨੂੰ ਚੈਨ ਮਿਲਿਆ ਸੀ ਅਤੇ ਹੁਣ ਤੂੰ ਅਰਜ਼ੀ ਕਰ ਦਿੱਤੀ ਬਈ ਬੱਚੀ ਮੈਨੂੰ ਸੌਂਪੀ ਜਾਏ। ਕੋਈ ਪੁੱਛੇ ਤੂੰ ਉਹਨੂੰ ਪਿਆਰ ਨਹੀਂ ਕਰਨਾ, ਉਹਨੂੰ ਪਾਲਣਾ ਨਹੀਂ, ਉਹਦੇ ਉੱਤੇ ਖਰਚ ਨਹੀਂ ਕਰਨਾ, ਇਹ ਅਰਜ਼ੀ ਸਿਰਫ ਦੁੱਖ ਦੇਣ ਵਾਸਤੇ, ਹੋਰ ਕੀ। ਕਰੁਣਾ ਦੇ ਮੂੰਹ ਵੱਲ ਤੱਕ ਕੇ ਤੋਸ਼ੀ ਨੂੰ ਆਨੰਦ ਉੱਤੇ ਹੋਰ ਗੁੱਸਾ ਆ ਰਿਹਾ ਸੀ, ਹੋਰ ਝੁੰਝਲਾਹਟ ਹੋ ਰਹੀ ਸੀ। ਹੁਣ ਇਸ ਤਰ੍ਹਾਂ ਜੋ ਹੈ ਤੋਸ਼ੀ ਕੋਸ ਰਹੀ ਹੈ ਆਨੰਦ ਨੂੰ ਕਿ ਕਦੀ ਉਸਨੇ ਉਹਨੂੰ ਪਿਆਰ ਨਹੀਂ ਕੀਤਾ, ਕੋਈ ਉਹਦੇ ਉੱਤੇ ਪੈਸਾ ਨਹੀਂ ਖਰਚਿਆ, ਅਤੇ ਹੁਣ ਸਿਰਫ ਉਸਨੇ ਪਰੇਸ਼ਾਨ ਕਰਨ ਵਾਸਤੇ ਕੋਰਟ ਵਿੱਚ ਅਰਜ਼ੀ ਦਿੱਤੀ ਹੋਈ ਸੀ ਅਤੇ ਉਸਨੂੰ ਬਹੁਤ ਗੁੱਸਾ ਆ ਰਿਹਾ ਸੀ। ਕੇਤਲੀ ਵਿੱਚ ਪਾਣੀ ਦੇ ਗੜਕਣ ਦਾ ਖੜਾਕ ਆ ਰਿਹਾ ਸੀ। ਕਰੁਣਾ ਨੇ ਉੱਠ ਕੇ 2 ਕੱਪ ਹੋਰ ਬਣਾ ਲਏ। ਆਪਣਾ ਕੱਪ ਮੇਜ਼ ਉੱਤੇ ਰੱਖ ਕੇ ਉਹ ਅੰਦਰ ਚਲੀ ਗਈ। ਤੋਸ਼ੀ ਨੇ ਉੱਠ ਕੇ ਰਤਾ ਕੋ ਦੂਸਰੇ ਕਮਰੇ ਵਿੱਚ ਝਾਕਿਆ। ਕਰੁਣਾ ਲੀਨੂ ਉੱਤੇ ਰਜਾਈ ਦੇ ਰਹੀ ਸੀ। ਤੋਸ਼ੀ ਝਟਪਟ ਵਾਪਸ ਆ ਕੇ ਸੋਫੇ ਉੱਤੇ ਬਹਿ ਗਈ। ਕਰੁਣਾ ਵਾਪਸ ਆਈ ਅਤੇ ਉਹਦੇ ਮੂੰਹ ਉੱਤੇ
ਅਣਵਗੇ ਅੱਥਰੂਆਂ ਦਾ ਇੰਨਾ ਖਿਚਾਓ ਸੀ ਕਿ ਉਹਦੀਆਂ ਗੱਲਾਂ ਫਰਕ ਰਹੀਆਂ ਸਨ। ਦੀਵਾਨ ਉੱਤੇ ਬਹਿੰਦਿਆਂ ਹੀ ਉਹਨੇ ਦੋਵੇਂ ਹੱਥਾਂ ਨਾਲ ਮੂੰਹ ਲੁਕਾ ਲਿਆ ਤੇ ਫਫਕ ਕੇ ਰੋਣ ਲੱਗੀ। ਤੋਸ਼ੀ ਵੀ ਆ ਕੇ ਦੀਵਾਨ ਉੱਤੇ ਬਹਿ ਗਈ। ਚੁੱਪਚਾਪ ਉਹਨੇ ਕਰੁਣਾ ਦੇ ਕੰਬਦੇ ਮੋਢਿਆਂ ਦੁਆਲੇ ਆਪਣੀ ਬਾਂਹ ਵਲਾ ਦਿੱਤੀ। ਮਤਲਬ ਕਿ ਹੁਣ ਜਦੋਂ ਉਹ ਗਈ ਤੇ ਉਸਨੇ ਕਰੁਣਾ ਜੋ ਹੈ ਲੀਨੂ ਦੇ ਕਮਰੇ ਵਿੱਚ ਗਈ ਤੇ ਉਸਨੇ ਲੀਨੂ ਨੂੰ ਰਜਾਈ ਦੇ ਦਿੱਤੀ ਤੇ ਲੀਨੂ ਨੂੰ ਵੇਖਦਿਆਂ ਹੀ ਫਿਰ ਜੋ ਕਰੁਣਾ ਬਹੁਤ ਉਦਾਸ ਹੋ ਜਾਂਦੀ ਹੈ ਤੇ ਬਾਹਰ ਆ ਕੇ ਫਿਰ ਬਹੁਤ ਜ਼ਿਆਦਾ ਰੋਣਾ ਸ਼ੁਰੂ ਹੋ ਜਾਂਦੀ ਹੈ। ਸੋਚਨੀ ਆ ਜੇ ਜੱਜ ਨੇ ਲੀਨੂ ਆਨੰਦ ਨੂੰ ਹੀ ਦੇ ਦਿੱਤੀ ਤੇ ਉਹ ਲੀਨੂ ਨੂੰ ਲੈ ਗਏ ਤਾਂ ਰਾਤੀ ਇਹਦੇ ਉੱਤੇ ਰਜਾਈ ਕੌਣ ਦਿਆ ਕਰੇਗਾ। ਤੋਸ਼ੀ ਦਾ ਜੀ ਕੀਤਾ ਕਿਤੇ ਲੁੱਕ ਕੇ ਰੋਏ। ਉਹਦੇ ਸੰਗ ਵਿੱਚ ਕੁਝ ਸੁਲਗ ਰਿਹਾ ਸੀ। ਕਰੁਣਾ ਨੇ ਆਪਣੇ ਆਪ ਨੂੰ ਸੰਭਾਲਿਆ। ਮਤਲਬ ਕਿ ਹੁਣ ਜੋ ਤੋਸ਼ੀ ਹੈ ਉਹ ਵੀ ਭਾਵੁਕ ਹੋਣਾ ਸ਼ੁਰੂ ਹੋ ਗਈ ਸੀ। ਕਰੁਣਾ ਦੀਆਂ ਗੱਲਾਂ ਜੋ ਸਨ ਇੰਨੀਆਂ ਜ਼ਿਆਦਾ ਦੁਖਦਾਈ ਸਨ ਕਿ ਉਸ ਤੋਂ ਸੁਣੀਆਂ ਨਹੀਂ ਜਾ ਰਹੀਆਂ ਸਨ ਤੇ ਉਸਨੂੰ ਲੱਗ ਰਿਹਾ ਸੀ ਕਿ ਉਹ ਕਿਤੇ ਜਾ ਕੇ ਦੂਰ ਜਾ ਕੇ ਉਹ ਵੀ ਰੋ ਲਵੇ। ਅੱਛਾ ਤੋਸ਼ੀ, ਤੂੰ ਇੱਥੇ ਦੀਵਾਨ ਉੱਤੇ ਸੌਂ ਜਾਏਂਗੀ ਨਾ? ਹਾਲਾਂਕਿ ਕਰੁਣਾ ਨੂੰ ਪਤਾ ਸੀ ਕਿ ਜਦੋਂ ਤੋਸ਼ੀ ਰਾਤ ਨੂੰ ਉਹਦੇ ਕੋਲ ਰਹਿੰਦੀ ਸੀ ਦੀਵਾਨ ਉੱਤੇ ਹੀ ਸੌਂਦੀ ਸੀ। ਤੋਸ਼ੀ ਨੇ ਸਿਰ ਹਿਲਾ ਕੇ ਹਾਂ ਕਰ ਦਿੱਤੀ। ਕਰੁਣਾ ਅੰਦਰੋਂ ਇੱਕ ਚਿੱਟੀ ਚਾਦਰ ਲੈ ਆਈ, ਇੱਕ ਰਜਾਈ ਲੈ ਆਈ। ਆਪਣਾ ਨਾਈਟ ਸੂਟ ਉਹਨੇ ਤੋਸ਼ੀ ਨੂੰ ਦੇ ਦਿੱਤਾ ਤੇ ਖਾਲੀ ਕੱਪ ਟਰੇ ਵਿੱਚ ਰੱਖ ਰਸੋਈ ਵਿੱਚ ਲੈ ਗਈ। ਬੱਤੀ ਬੁਝਾ ਕੇ ਉਹ ਆਪਣੇ ਮੰਜੇ ਉੱਤੇ ਲੇਟ ਗਈ। ਕਰੁਣਾ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਚਾਹੁੰਦੀ ਸੀ। ਇਹ ਰਾਤ ਇੰਨੀ ਲੰਮੀ ਹੋ ਜਾਏ ਕਿ ਮੁੱਕੇ ਹੀ ਨਾ ਜਾਂ ਝਟਪਟ ਮੁੱਕ ਜਾਏ, ਸਵੇਰ ਹੋ ਜਾਏ, ਫੈਸਲਾ ਹੋ ਜਾਏ ਤੇ ਇਹ ਘੁਟਨ ਖਤਮ ਹੋ ਜਾਏ। ਉਹ ਕੁਝ ਵੀ ਨਹੀਂ ਸੀ ਚਾਹ ਰਹੀ, ਉਹ ਕੁਝ ਵੀ ਨਹੀਂ ਸੀ ਉਡੀਕ ਰਹੀ, ਉਹ ਕੁਝ ਵੀ ਨਹੀਂ ਸੀ ਸੋਚ ਰਹੀ। ਰਾਤ ਕਾਫੀ ਗੁਜ਼ਰ ਗਈ ਸੀ। ਕਰੁਣਾ ਉੱਠੀ ਤੇ ਚੁੱਪਚਾਪ ਲੀਨੂ ਦੇ ਨਾਲ ਲੇਟ ਗਈ। ਲੀਨੂ ਦੀ ਗੱਲ ਉੱਤੇ ਉਹਨੇ ਹੌਲੀ ਜਿਹੇ ਆਪਣੇ ਬੁੱਲ੍ਹ ਰੱਖ ਦਿੱਤੇ। ਮਤਲਬ ਕਿ ਹੁਣ ਜੋ ਹੈ ਕਰੁਣਾ ਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ, ਕੀ ਚਾਹੇ। ਉਹ ਕੀ ਉਹ ਇਹ ਚਾਹੇ ਕਿ ਜੋ ਰਾਤ ਹੈ ਉਹ ਖ਼ਤਮ ਹੀ ਨਾ ਹੋਵੇ, ਜਾਂ ਉਹ ਇਹ ਚਾਹੁੰਦੀ ਹੈ ਕਿ ਜੋ ਰਾਤ ਹੈ ਬਿਲਕੁਲ ਜਲਦੀ ख़त्म हो जाए और जो फैसला है वो जल्दी ख़त्म हो जाए और जो भी होना फैसला है वो हो जाए और ये सारी टेंशन जो है एकदम ख़त्म हो जाए। ਉਸਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਉਹ ਚਾਹੁੰਦੀ ਕੀ ਹੈ ਅਸਲ ਵਿੱਚ, ਕਿਉਂਕਿ ਉਹ ਇੰਨੀ ਜ਼ਿਆਦਾ ਦੁਖੀ ਹੋ ਚੁੱਕੀ ਸੀ। ਇਸ ਕਰਕੇ ਹੁਣ ਕਹਿੰਦਾ ਰਾਤ ਕਾਫੀ ਹੋ ਗਈ ਸੀ ਤੇ ਉਹ ਲੀਨੂ ਨਾਲ ਜਾ ਕੇ ਸੌਂ ਗਈ। ਇਹ ਸੀ ਕਹਾਣੀ ਦਾ ਸਾਰ। ਇਹਦੇ ਵਿੱਚ ਜੋ ਹੈ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਰੁਣਾ ਜੋ ਹੈ ਆਪਣੀ ਬੇਟੀ ਤੋਂ ਵਿਛੜਨ ਦਾ ਡਰ ਉਹਦੇ ਮਨ ਵਿੱਚ ਬੈਠਾ ਹੈ ਤੇ ਉਹ ਜਿਹੜਾ ਸਾਰਾ ਸਮਾਂ ਉਸਦੇ ਸੂਲੀ ਉੱਤੇ ਲਟਕੇ ਹੋਏ ਪਲਾਂ ਵਾਂਗ ਗੁਜ਼ਰਦਾ ਹੈ। ਹੁਣ ਇਸ ਦੀ ਟਿੱਪਣੀ ਕੀ ਹੈ ਕਿ ਸੂਲੀ ਉੱਤੇ ਲਟਕੇ ਪਲ ਕਹਾਣੀ ਆਰਥਿਕ ਤੌਰ 'ਤੇ ਸੰਪੰਨ ਆਧੁਨਿਕ ਔਰਤ ਵੱਲੋਂ ਆਪਣੀ ਸਵੈ ਪਹਿਚਾਣ ਤੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਨੂੰ ਪੇਸ਼ ਕਰਦੀ ਹੈ। ਨਵੇਂ ਦੌਰ ਦੀ ਇਹ ਔਰਤ ਹਮਦਰਦੀ ਦਾ ਪਾਤਰ ਬਣਨ ਦੀ ਬਜਾਏ ਆਪਣੀਆਂ ਸਾਰੀਆਂ ਸ਼ਕਤੀਆਂ ਸਮੇਤ ਮਰਦ ਪ੍ਰਧਾਨ ਸਮਾਜਿਕ ਕਦਰਾਂ ਕੀਮਤਾਂ ਦਾ ਵਿਰੋਧ ਕਰਦੀ ਹੈ। ਭਾਵ ਕਿ ਜੋ ਅੱਜ ਕੱਲ੍ਹ ਦੀ ਔਰਤ ਹੈ, ਜੋ ਪੜ੍ਹੀ ਲਿਖੀ ਔਰਤ ਹੈ, ਉਹ ਆਪਣੀ ਕਹਿੰਦੇ ਸਵੈ ਪਹਿਚਾਣ, ਆਪਣੀ ਪਹਿਚਾਣ ਬਣਾਉਣ ਦੀ ਅਤੇ ਆਪਣੇ ਹੱਕਾਂ ਲਈ ਲੜਾਈ ਕਰਨਾ ਜਾਣਦੀ ਹੈ। ਉਹ ਆਪਣੇ ਸਮਾਜ ਦੇ ਵਿੱਚ ਕਹਿੰਦਾ ਹਮਦਰਦੀ ਦਾ ਪਾਤਰ ਨਹੀਂ ਬਣਨਾ ਚਾਹੁੰਦੀ, ਸਗੋਂ ਉਹ ਆਪਣੀਆਂ ਸਾਰੀਆਂ ਸ਼ਕਤੀਆਂ ਦੇ ਨਾਲ ਇਸ ਮਰਦ ਪ੍ਰਧਾਨ ਸਮਾਜ ਦਾ ਵਿਰੋਧ ਕਰਦੀ ਹੈ ਅਤੇ ਤਾਂ ਕਿ ਉਸਦੀ ਜੋ ਹੈ ਕਦਰ ਪੈ ਸਕੇ ਸਮਾਜ ਦੇ ਵਿੱਚ। ਲੀਨੂ ਦਾ ਕੀ ਫੈਸਲਾ ਹੁੰਦਾ ਹੈ ਇਸ ਬਾਰੇ ਤੇ ਕੋਈ ਕਹਾਣੀ ਦੇ ਵਿੱਚ ਰਾਏ ਨਹੀਂ ਦਿੱਤੀ ਗਈ, ਕੁਛ ਨਹੀਂ ਦੱਸਿਆ ਗਿਆ, ਪਰ ਜੋ ਹੈ ਸੂਲੀ ਉੱਤੇ ਲਟਕੇ ਹੋਏ ਪਲ ਦਿਖਾਏ ਹਨ ਕਿ ਉਹ ਕਿਸ ਤਰ੍ਹਾਂ ਪੂਰਾ ਸੰਡੇ ਦਾ, ਪੂਰਾ ਐਤਵਾਰ ਦਾ ਦਿਨ ਜੋ ਹੈ ਉਸ ਵਾਸਤੇ ਸੂਲੀ ਉੱਤੇ ਲਟਕੇ ਹੋਏ ਪਲਾਂ ਦੇ ਵਾਂਗ ਹੀ ਗੁਜ਼ਰਦਾ ਹੈ ਅਤੇ ਉਹ ਇੱਕ ਇੱਕ ਪਲ ਦੇ ਲਈ ਮਰਦੀ ਹੈ। ਹਰ ਇੱਕ ਪਲ ਕੱਢਣਾ ਉਹਦੇ ਵਾਸਤੇ ਜੋ ਹੈ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਤੇ ਅੰਤ ਦੇ ਵਿੱਚ ਉਸਨੂੰ ਇਹ ਸਮਝ ਹੀ ਨਹੀਂ ਆਉਂਦੀ, ਫਿਰ ਇੰਨਾ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਕਿ ਉਹ ਚਾਹੁੰਦੀ ਕੀ ਹੈ। ਕੀ ਚਾਹੁੰਦੀ ਹੈ ਕਿ ਰਾਤ ਨਾ ਬੀਤੇ, ਜਾਂ ਉਹ ਚਾਹੁੰਦੀ ਹੈ कि फटाफट ख़त्म हो जाए और कल नूं जो फैसला होना है हो जाए तो इस परेशानी तो निकल जाए। इस तरह ये कहानी का सार सूली उत्ते लटके पल। उम्मीद करदी हाँ कि तुहानूं ये समझ आ गया होएगा ते बाकी इस नाल दे होर छोटे प्रश्न असीं अजे करांगे, उस तो बाद वड्डे प्रश्न ते इसका जो है करैक्टर स्कैच या पात्र उसारी करुणा दी करांगे।
ਤੇ ਹੁਣ ਜੋ ਹੈ ਤੁਸੀਂ ਇਸ ਜੋ ਅਸਾਈਨਮੈਂਟ ਹੈ ਉਹ ਕਰਕੇ ਭੇਜੋਗੇ। ਧੰਨਵਾਦ।